प्यारे विद्यार्थियों, ਆਪਾਂ ਰੀਅਲ ਨੰਬਰ ਕਲਾਸ 10th ਵਾਸਤਵਿਕ ਸੰਖਿਆਵਾਂ 10ਵੀਂ ਜਮਾਤ ਦੀ ਦੂਜੀ ਵੀਡੀਓ ਲੈ ਕੇ ਆਏ ਹਾਂ। ਪਹਿਲੀ ਵੀਡੀਓ ਦੇ ਵਿੱਚ ਆਪਾਂ ਯੂਕਲਿਡ ਲੈਮਾ ਦੇ ਵਰਤੋਂ ਨਾਲ HCF ਯਾਨੀ ਮਹੱਤਵ ਸਮਾਵਰਤਕ ਕੱਢਣ ਦੀ ਢੰਗ ਦੇਖਿਆ ਸੀ। ਇਸ ਵੀਡੀਓ ਦੇ ਵਿੱਚ ਆਪਾਂ ਬਹੁਤ ਹੀ ਇੰਪੋਰਟੈਂਟ ਐਸਪੈਕਟ ਫੰਡਾਮੈਂਟਲ ਥਿਊਰਮ ਆਫ ਅਰਿਥਮੈਟਿਕ, ਜਿਹਨੂੰ ਆਪਾਂ ਕਹਿੰਦੇ ਅੰਕ ਗਣਿਤ ਦੀ ਮੂਲਭੂਤ ਪ੍ਰਮੇਹ, ਉਸ ਬਾਰੇ ਪੜ੍ਹਾਂਗੇ। ਉਸ ਤੋਂ ਪੜ੍ਹਨ ਤੋਂ ਪਹਿਲਾਂ ਆਪਾਂ ਇੱਕ ਹੋਰ ਜ਼ਰੂਰੀ ਕਨਸੈਪਟ ਪੜ੍ਹਨਾ ਹੈ ਜਿਹਦੇ ਆਧਾਰ 'ਤੇ ਇਹ ਥਿਊਰਮ ਚੱਲੂਗੀ। ਉਹਨੂੰ ਕਹਿੰਦੇ ਪ੍ਰਾਈਮ ਫੈਕਟਰਾਈਜੇਸ਼ਨ, ਜਿਸ ਨੂੰ ਕਹਿੰਦੇ ਅਭਾਜ ਗੁਣਖੰਡੀਕਰਨ। ਅਭਾਜ ਗੁਣਖੰਡੀਕਰਨ ਕੀ ਹੁੰਦਾ, ਪ੍ਰਾਈਮ ਫੈਕਟਰਾਈਜੇਸ਼ਨ ਕੀ ਹੁੰਦਾ, ਉਸ ਤੋਂ ਪਹਿਲਾਂ ਇੱਕ ਮੋਟੀ ਜਿਹੀ ਨਿਗਾਹ ਆਪਾਂ ਪਿਛਲੀਆਂ ਕਲਾਸਾਂ ਦੇ ਵਿੱਚ ਮਾਰ ਲਈਏ ਕਿ ਆਪਾਂ ਪੁਰਾਣੀਆਂ ਕਲਾਸਾਂ ਵਿੱਚ, ਛੋਟੀਆਂ ਕਲਾਸਾਂ ਵਿੱਚ ਪੜ੍ਹਿਆ ਕਿ ਇੱਕ ਨੂੰ ਛੱਡ ਕੇ, ਯਾਨੀ ਐਕਸੈਪਟ 1, ਇੱਕ ਨੂੰ ਛੱਡ ਕੇ ਬਾਕੀ ਜਿਹੜੀਆਂ ਸੰਖਿਆਵਾਂ ਹੁੰਦੀਆਂ ਨੇ ਜਾਂ ਤਾਂ ਉਹ ਪ੍ਰਾਈਮ ਹੁੰਦੀਆਂ ਨੇ ਜਾਂ ਕੰਪੋਜ਼ਿਟ ਹੁੰਦੀਆਂ ਨੇ। ਜਿਹੜਾ ਇੱਕ ਹੁੰਦਾ ਹੈ ਇਟ ਇਜ਼ ਨੀਦਰ ਪ੍ਰਾਈਮ ਨੋਰ ਕੰਪੋਜ਼ਿਟ। ਪ੍ਰਾਈਮ ਮਤਲਬ ਅਭਾਜ, ਕੰਪੋਜ਼ਿਟ ਮਤਲਬ ਭਾਜ। ਇੱਕ ਹੈ ਨਾ ਅਭਾਜ ਹੈ ਨਾ ਭਾਜ ਹੈ। ਇਸ ਤੋਂ ਬਗੈਰ ਜਿਹੜੀ ਦੂਜੀਆਂ ਸੰਖਿਆਵਾਂ ਆ ਗਈਆਂ 2, 3, 4 ਐਂਡ ਸੋ ਔਨ, ਇਹ ਸਾਰੀਆਂ ਕੀ ਹੁੰਦੀਆਂ ਨੇ, ਜਿੰਨੇ ਨੈਚੁਰਲ ਨੰਬਰ ਨੇ ਐਕਸੈਪਟ 1, ਇੱਕ ਨੂੰ ਛੱਡ ਕੇ ਬਾਕੀ ਜਿਹੜੇ ਨੈਚੁਰਲ ਨੰਬਰ ਹੈਗੇ, ਕੁਦਰਤੀ ਸੰਖਿਆਵਾਂ ਰਹਿ ਗਈਆਂ, ਜਾਂ ਪ੍ਰਾਈਮ ਹੋਣਗੀਆਂ ਜਾਂ ਕੰਪੋਜ਼ਿਟ ਹੋਣਗੀਆਂ। ਪ੍ਰਾਈਮ ਕਿਹੜੀਆਂ ਹੁੰਦੀਆਂ ਨੇ, ਜਿੱਦਾਂ ਦੇ ਸਿਰਫ ਦੋ ਹੀ ਗੁਣਨਖੰਡ ਹੋਣਾ। ਆਪਾਂ ਛੋਟੇ ਪੜ੍ਹਿਆ ਸੀਗਾ ਕਿ ਇਹ ਸੰਖਿਆ ਨੂੰ ਜਾਂ ਤਾਂ ਆਪ ਵੰਡੇ ਕੋਈ ਜਾਂ ਇੱਕ ਵੰਡੇ। ਪ੍ਰਾਈਮ ਸੰਖਿਆਵਾਂ ਕਿਹੜੀਆਂ ਕਿਹੜੀਆਂ ਹੁੰਦੀਆਂ, 2, 3, 5, ਇਹ ਮੈਨੂੰ ਦੱਸਣ ਦੀ ਲੋੜ ਨਹੀਂ ਮੈਨੂੰ। ਐਂਡ ਕੰਪੋਜ਼ਿਟ ਕਿਹੜੀਆਂ ਨੇ, 4, 6, 8, 10, ਇਹ ਸਾਰੀਆਂ ਕੀ ਨੇ, ਕੰਪੋਜ਼ਿਟ ਨੇ। ਇਹਨਾਂ ਨੂੰ ਕੋਈ ਨਾ ਕੋਈ ਡਿਵਾਈਡ ਕਰਨ ਨਾਲ ਹੈਗਾ। ਇਹ ਸੰਖਿਆਵਾਂ ਕਿਹੜੀਆਂ ਨੇ, ਜਿਨ੍ਹਾਂ ਨੂੰ ਜਾਂ ਤਾਂ ਇਹ ਆਪ ਡਿਵਾਈਡ ਕਰਨੀਆਂ ਜਾਂ 1 ਡਿਵਾਈਡ ਕਰੂ, ਹੋਰ ਇਹਨੂੰ ਕੋਈ ਡਿਵਾਈਡ ਨਹੀਂ ਕਰ ਸਕਦਾ। ਇਹਦਾ ਫੈਕਟਰ ਕੋਈ ਹੋਰ ਨਹੀਂ ਹੋ ਸਕਦਾ। ਇਹਨੂੰ ਆਪਾਂ ਪ੍ਰਾਈਮ ਕਹਿੰਦੇ ਆ। ਇਹ ਸੀ ਆਪਣੇ ਕੰਪੋਜ਼ਿਟ। ਹੁਣ ਤੁਸੀਂ ਕਦੇ ਨਿਗਾਹ ਮਾਰਿਓ, ਜਿੰਨੀਆਂ ਕੰਪੋਜ਼ਿਟ ਸੰਖਿਆਵਾਂ ਨੇ, ਕੋਈ ਵੀ ਕੰਪੋਜ਼ਿਟ ਸੰਖਿਆ ਚੱਕ ਲਓ। ਮੰਨ ਲਓ ਆਪਾਂ 12 ਲੈ ਲਈ, ਆਪਾਂ ਇੱਕ ਸੰਖਿਆ ਲੈ ਲਈ 12। 12 ਨੂੰ ਜੇ ਆਪਾਂ 2 ਤੇ ਡਿਵਾਈਡ ਕਰ ਦਈਏ ਤਾਂ ਕਿੰਨਾ ਰਹਿ ਜੂ, ਇੱਧਰ 6 ਰਹਿ ਜੂ। 12 ਨੂੰ ਜੇ ਆਪਾਂ 2 ਤੇ ਡਿਵਾਈਡ ਕੀਤਾ ਤਾਂ ਕੀ ਰਹਿ ਜਾਣਾ, ਇਹ ਤਾਂ ਇਹਦੇ ਦੋ ਫੈਕਟਰ ਬਣ ਗਏ, ਇੱਕ 2, ਇੱਕ 6। ਇਹਨੂੰ ਫੈਕਟਰ ਟਰੀ ਕਹਿੰਦੇ ਆਪਾਂ, ਜਿਹੜੀ ਚੀਜ਼ ਹੁਣ ਕਰ ਰਹੇ ਹਾਂ। 2 ਦਾ ਅੱਗੇ ਕੋਈ ਫੈਕਟਰ ਬਣਨਾ ਨਹੀਂ, ਕਿਉਂਕਿ 2 ਤਾਂ ਕੀ ਹੈ, ਪ੍ਰਾਈਮ ਹੈ। 2 ਨੂੰ ਐਜ਼ ਇਟ ਰੱਖ ਦਿਓ। 6 ਦੇ ਅੱਗੇ ਫਿਰ ਫੈਕਟਰ ਬਣ ਜਾਣਗੇ, ਇੱਕ 2, ਇੱਕ 3। ਗੱਲ ਸਾਹਿਬ ਸਹੀ। ਅੱਗੇ ਹੁਣ 2 ਵੀ ਪ੍ਰਾਈਮ ਹੈ, 3 ਵੀ ਪ੍ਰਾਈਮ ਹੈ, 2 ਵੀ 2 ਵੀ ਅਭਾਜ ਹੈ, 3 ਵੀ ਅਭਾਜ ਹੈ। ਤਾਂ 12 ਦੇ ਬੇਸਿਕਲੀ ਆਪਣੇ ਕੋਲ ਕਿਹੜੇ ਫੈਕਟਰ ਬਣ ਗਏ, 2 ਗੁਣਾ 2 ਗੁਣਾ 3, 2 ਗੁਣਾ 2 ਗੁਣਾ 3। ਚਾਹੇ ਇਹਨੂੰ 2 ਕਿੰਨੇ ਵਾਰੀ ਆ ਗਿਆ, 2 ਵਾਰੀ ਆ ਗਿਆ। ਇਹਨੂੰ ਲਿਖ ਸਕਦੇ ਆਪਾਂ 2 ਦੀ 2 ਗੁਣਾ 3। ਗੱਲ ਸਾਹਿਬ ਚ ਕਿ ਨਾ। ਤਾਂ ਇਸੇ ਤਰੀਕੇ ਕੋਈ ਆਪਾਂ ਹੋਰ ਕੰਪੋਜ਼ਿਟ ਨੰਬਰ ਲੈ ਲਓ। ਮੰਨ ਲਓ 42 ਹੈ। 42 ਦੇ ਤੁਸੀਂ ਹਿੱਸੇ ਬਣਾ ਕੇ ਦੇਖਿਓ, ਉਹ ਬਣ ਜਾਣਗੇ 2 ਗੁਣਾ 3 ਗੁਣਾ 7। ਠੀਕ ਹੈ। ਤਾਂ ਇਸ ਤਰੀਕੇ ਤੁਸੀਂ ਦੇਖਿਆ ਕਿ ਜਿਹੜੇ ਵੀ ਕੰਪੋਜ਼ਿਟ ਨੰਬਰ ਨੇ, ਚਾਹੇ 12 ਹੈ, ਚਾਹੇ 42 ਹੈ, ਚਾਹੇ ਕੋਈ ਇਦੋਂ ਵੱਡਾ ਹੈ, ਉਸ ਦੇ ਅੱਗੇ ਗੁਣਨਖੰਡ ਬਣ ਜਾਂਦੇ ਆ, ਫੈਕਟਰ ਬਣ ਜਾਂਦੇ ਆ। ਉਹ ਫੈਕਟਰ ਕੀ ਹੁੰਦੇ ਆ, ਪ੍ਰਾਈਮ ਹੁੰਦੇ ਆ। ਉਹ ਫੈਕਟਰ ਕੀ ਹੁੰਦੇ ਆ, ਪ੍ਰਾਈਮ। ਅਤੇ ਇਸੇ ਨੂੰ ਆਪਾਂ ਕਹਿੰਦੇ ਆ ਪ੍ਰਾਈਮ ਫੈਕਟਰਾਈਜੇਸ਼ਨ। ਇਸੇ ਨੂੰ ਕੀ ਕਹਿੰਦੇ ਆ, ਪ੍ਰਾਈਮ ਫੈਕਟਰਾਈਜੇਸ਼ਨ, ਅਭਾਜ ਗੁਣਨਖੰਡੀਕਰਨ। ਕਿ ਕਿਸੇ ਕੰਪੋਜ਼ਿਟ ਨੰਬਰ ਦਾ, ਕਿਸੇ ਭਾਜ ਸੰਖਿਆ ਦਾ ਅਸੀਂ ਅਭਾਜ ਗੁਣਨਖੰਡਾਂ ਦੇ ਰੂਪ ਵਿੱਚ ਗੁਣਨਖੰਡੀਕਰਨ ਕਰ ਸਕਦੇ ਹਾਂ। ਇਸੇ ਦੇ ਆਧਾਰ 'ਤੇ ਆਪਣੀ ਜਿਹੜੀ
ਆਪਾਂ ਥਿਊਰਮ ਦੀ ਗੱਲ ਕਰਦੇ ਸੀਗੇ, ਫੰਡਾਮੈਂਟਲ ਥਿਊਰਮ ਆਫ ਅਰਿਥਮੈਟਿਕ, ਅੰਕ ਗਣਿਤ। ਅਰਿਥਮੈਟਿਕ ਮਤਲਬ ਅੰਕ ਗਣਿਤ ਦੀ ਮੂਲਭੂਤ ਪ੍ਰਮੇय, ਇਹਦੀ ਆਪਾਂ ਗੱਲ ਕਰਾਂਗੇ। ਇਹਦਾ ਰਿਜ਼ਲਟ ਕਹਿੰਦਾ ਕੀ ਹੈ? ਇਹਦਾ ਰਿਜ਼ਲਟ ਕਹਿੰਦਾ, ਇਹ ਡੈਫੀਨੇਸ਼ਨ ਕਹਿੰਦੀ ਹੈ ਕਿ ਇਹਦੀ ਫੰਡਾਮੈਂਟਲ ਥਿਊਰਮ ਆਫ ਅਰਿਥਮੈਟਿਕ ਦੀ ਅੰਕ ਗਣਿਤ ਦੀ ਮੂਲਭੂਤ ਜਿਹੜੀ ਪ੍ਰਮੇय ਹੈ, ਥਿਊਰਮ ਨੂੰ ਪ੍ਰਮੇय ਕਹਿੰਦੇ ਆਪਾਂ, ਉਹਦੀ ਜਿਹੜੀ ਸਟੇਟਮੈਂਟ ਹੈ ਉਹ ਕੀ ਕਹਿੰਦੀ ਹੈ? ਐਵਰੀ ਕੰਪੋਜ਼ਿਟ ਨੰਬਰ, ਹਰੇਕ ਭਾਜ ਸੰਖਿਆ, ਉਹ ਸੰਖਿਆ ਜਿਸ ਜੋ ਅਭਾਜ ਨਹੀਂ ਹੈ, ਹਰੇਕ ਭਾਜ ਸੰਖਿਆ, ਐਵਰੀ ਕੰਪੋਜ਼ਿਟ ਨੰਬਰ ਕੈਨ ਬੀ ਐਕਸਪ੍ਰੈਸਡ, ਉਹਨੂੰ ਅਸੀਂ ਐਕਸਪ੍ਰੈਸ ਕਰ ਸਕਦੇ ਹਾਂ, ਉਹਨੂੰ ਅਸੀਂ ਦਰਸਾ ਸਕਦੇ ਹਾਂ, ਜਾਂ ਇਹਨੂੰ ਬੈਕਟ 'ਚ ਲਿਖਦਾ ਫੈਕਟਰਾਈਜ਼, ਉਹਦੇ ਆਪਾਂ ਗੁਣਨਖੰਡ ਬਣਾ ਸਕਦੇ ਹਾਂ। ਕਿਹੋ ਜਿਹੇ? ਐਜ਼ ਪ੍ਰੋਡਕਟ ਆਫ, ਪ੍ਰੋਡਕਟ ਹੁੰਦੀ ਹੈ ਗੁਣਾ, ਕਿਹਦੀ ਗੁਣਾ? ਪ੍ਰਾਈਮਸ ਦੀ। ਯਾਨੀ ਹਰੇਕ ਕੰਪੋਜ਼ਿਟ ਨੰਬਰ ਨੂੰ ਗੁਣਾ ਦੇ ਰੂਪ 'ਚ ਲਿਖਿਆ ਜਾ ਸਕਦਾ ਹੈ। ਕਿਹਦੀ ਗੁਣਾ ਦੇ ਰੂਪ 'ਚ ਲਿਖਿਆ ਜਾ ਸਕਦਾ ਹੈ? ਅਭਾਜ ਸੰਖਿਆਵਾਂ ਦੀ, ਪ੍ਰਾਈਮ ਨੰਬਰ ਦੀ ਗੁਣਾ ਦੇ ਰੂਪ 'ਚ ਲਿਖਿਆ ਜਾ ਸਕਦਾ ਹੈ। ਜਿਵੇਂ 42 ਇੱਕ ਕੰਪੋਜ਼ਿਟ ਨੰਬਰ ਸੀ, ਭਾਜ ਸੰਖਿਆ ਸੀ, ਉਹਨੂੰ ਆਪਾਂ ਗੁਣਾ ਦੇ ਰੂਪ 'ਚ ਲਿਖਿਆ। ਕਿਹਦੀ ਗੁਣਾ? 2 ਗੁਣਾ 3 ਗੁਣਾ 7, ਇਹ ਤਿੰਨੇ ਕੀ ਨੇ? ਅਭਾਜ, ਅਭਾਜ ਸੰਖਿਆਵਾਂ ਦੀ ਗੁਣਾ ਦੇ ਰੂਪ ਦੇ ਵਿੱਚ। 12 ਨੂੰ ਆਪਾਂ 2 ਦੀ 2, ਇਹਦੇ ਵਿੱਚ 2 ਅਭਾਜ ਹੈ, 3 ਅਭਾਜ ਹੈ, ਇਹਦੀ ਗੁਣਾ ਦੇ ਰੂਪ ਵਿੱਚ ਲਿਖਿਆ। ਇਦੋਂ ਅੱਗੇ ਜਿਹੜੀ ਮੇਨ ਗੱਲ ਹੈ, ਦਿਸ ਫੈਕਟਰਾਈਜ਼ੇਸ਼ਨ ਇਜ਼ ਯੂਨੀਕ। ਯੂਨੀਕ ਸ਼ਬਦ ਦਾ ਕੀ ਮਤਲਬ ਹੁੰਦਾ? ਯੂਨੀਕ ਹੁੰਦਾ ਜਿਹਦੇ ਵਰਗਾ ਕੋਈ ਹੋਰ ਨਾ ਹੋਵੇ, ਆਪਣੇ ਆਪ 'ਚ ਵਿਲੱਖਣ, ਇਹਨੂੰ ਪੰਜਾਬੀ ਕਹਿੰਦੇ ਵਿਲੱਖਣ। ਵਿਲੱਖਣ ਹੋਵੇ, ਯੂਨੀਕ ਮਤਲਬ ਜਿਹੜੀ ਫੈਕਟਰਾਈਜ਼ੇਸ਼ਨ ਇੱਕ ਨੰਬਰ ਦੀ, ਮਤਲਬ 42 ਕੋਈ ਨੰਬਰ ਹੈ, ਉਹਦੀ ਜਿਹੜੀ ਆਪਾਂ ਗੁਣਨਖੰਡੀਕਰਨ ਕੀਤਾ ਹੈ, ਅਭਾਜ ਗੁਣਨਖੰਡੀਕਰਨ ਕੀਤਾ, ਪ੍ਰਾਈਮ ਫੈਕਟਰਾਈਜ਼ੇਸ਼ਨ ਕੀਤੀ ਹੈ, ਉਹ ਇਹੀ ਹੋਊਗੀ, ਇਹ ਤੋਂ ਬਗੈਰ ਹੋਰ ਕੋਈ ਨਹੀਂ ਹੋਊਗੀ। ਕਿਹੜੇ ਕਿਹੜੇ ਫੈਕਟਰ ਹੋਣਗੇ? ਇੱਕ 2 ਫੈਕਟਰ ਹੋਊ, ਇੱਕ 3 ਹੋਊਗਾ, ਇੱਕ 7 ਹੋਊਗਾ। ਇਹੀ ਪ੍ਰਾਈਮ ਫੈਕਟਰ ਬਣਨਗੇ, ਹੋਰ ਕੋਈ ਪ੍ਰਾਈਮ ਫੈਕਟਰ ਨਹੀਂ ਬਣੂਗਾ। ਅਤੇ ਇਹ ਯੂਨੀਕ ਹੈ। ਪਰ ਇੱਕ ਗੱਲ ਧਿਆਨ ਦੇਖੋ, 42 ਨੂੰ ਜ਼ਰੂਰੀ ਆਪਾਂ ਐਂ ਲਿਖਣਾ, ਆਪਾਂ ਇਹਨੂੰ ਐਂ ਵੀ ਲਿਖ ਸਕਦੇ ਹਾਂ ਨਾ, 3 ਦੂਣੀ 6 7 42। ਜੇ ਐਂ ਨਹੀਂ ਲਿਖਣਾ ਤਾਂ 7 ਗੁਣਾ 2 ਗੁਣਾ 3, ਮਤਲਬ ਕਿੰਨੇ ਤਰੀਕੇ ਨਾਲ ਲਿਖਿਆ ਜਾ ਸਕਦਾ? ਤਾਂ ਮਤਲਬ ਯੂਨੀਕ ਤਾਂ ਹੈਗੀ ਹੈ, ਗੁਣਨਖੰਡ ਤਾਂ ਇਹੀ ਰਹਿਣਗੇ, ਪਰ ਕੀ ਹੋਊਗਾ? ਅਪਾਰਟ ਫਰੋਮ ਦਾ ਆਰਡਰ, ਜਿਹੜਾ ਆਰਡਰ ਹੈ ਇਹਦਾ ਕ੍ਰਮ ਹੈ, ਆਰਡਰ ਨੂੰ ਕਹਿੰਦੇ ਕ੍ਰਮ। ਜਿਹੜਾ ਕ੍ਰਮ ਹੈ, ਕ੍ਰਮ ਦੇ ਵਿੱਚ ਤਬਦੀਲੀ ਹੋ ਸਕਦੀ ਹੈ, ਕ੍ਰਮ ਅੱਗੇ ਪਿੱਛੇ ਹੋ ਸਕਦਾ, 2 ਪਹਿਲਾਂ ਆ ਜਾਏ 3 ਪਿੱਛੋਂ ਆ ਜਾਏ, ਕਿਉਂਕਿ ਗੁਣਾ ਦੇ ਵਿੱਚ ਗੁਣਾ ਕੀ ਹੁੰਦੀ ਹੈ? ਆਪਾਂ 2 ਸੰਖਿਆਵਾਂ ਦੀ ਗੁਣਾ ਕਰ ਲਈਏ, ਮੰਨ ਲਓ A ਤੇ B ਦੀ ਗੁਣਾ ਕਰਤੀ, B ਤੇ A ਦੀ ਗੁਣਾ ਕਰਤੀ, ਇੱਕੋ ਹੀ ਗੱਲ ਹੁੰਦੀ ਹੈ, ਕਮਿਊਟੇਟਿਵ ਹੁੰਦੀ ਹੈ। ਸਥਾਨ ਬਦਲਣ ਨਾਲ ਗੁਣਾ ਨੂੰ ਕੋਈ ਫਰਕ ਨਹੀਂ ਪੈਂਦਾ, ਇਸ ਕਰਕੇ ਕ੍ਰਮ ਬਦਲਣ ਨਾਲ ਇਸ ਫੈਕਟਰਾਈਜ਼ੇਸ਼ਨ ਦੇ ਰਿਜ਼ਲਟ ਨੂੰ ਕੋਈ ਫਰਕ ਨਹੀਂ ਪਊਗਾ। ਤਾਂ ਇਹ ਕੀ ਹੈ? ਫੰਡਾਮੈਂਟਲ ਥਿਊਰਮ ਆਫ ਅਰਿਥਮੈਟਿਕ ਹੈ। ਮੈਂ ਦੁਬਾਰਾ ਦੱਸਦਾ, ਐਵਰੀ ਕੰਪੋਜ਼ਿਟ ਨੰਬਰ, ਹਰੇਕ ਭਾਜ ਸੰਖਿਆ, ਕੈਨ ਬੀ ਐਕਸਪ੍ਰੈਸਡ, ਉਹਨੂੰ ਐਕਸਪ੍ਰੈਸ ਕੀਤਾ ਜਾ ਸਕਦਾ ਹੈ ਜਾਂ ਫੈਕਟਰਾਈਜ਼ ਕੀਤਾ ਜਾ ਸਕਦਾ ਹੈ, ਪ੍ਰੋਡਕਟ ਆਫ ਪ੍ਰਾਈਮਸ, ਪ੍ਰਾਈਮ ਨੰਬਰ ਦੀ ਗੁਣਾ, ਅਭਾਜ ਸੰਖਿਆ ਦੀ ਗੁਣਾ ਦੇ ਰੂਪ ਵਿੱਚ। ਇਹ ਫੈਕਟਰਾਈਜ਼ੇਸ਼ਨ ਯੂਨੀਕ ਹੋਊਗੀ, ਵਿਲੱਖਣ ਹੋਊਗੀ, ਅਤੇ ਕ੍ਰਮ ਦੇ ਤਬਦੀਲੀ ਨਾਲ ਇਹਨੂੰ ਕੋਈ ਫਰਕ ਨਹੀਂ ਪੈਣਾ। ਆਰਡਰ ਇਹਨੂੰ ਕੋਈ ਮੈਟਰ ਨਹੀਂ ਕਰਦਾ, ਆਰਡਰ ਕੁਛ ਵੀ ਇਹਦਾ ਹੋ ਸਕਦਾ, ਪਰ ਇਹ ਯੂਨੀਕ ਹੋਣੀ ਹੈ, ਫੈਕਟਰ ਪ੍ਰਾਈਮ ਫੈਕਟਰ ਉਹੀ ਰਹਿਣੇ। 1-2 ਰਿਜ਼ਲਟ ਨੇ ਜਿਹੜੇ ਇਸ ਥਿਊਰਮ 'ਤੇ ਆਧਾਰਿਤ ਨੇ, ਇਸ ਥਿਊਰਮ 'ਤੇ ਆਧਾਰਿਤ 1-2 ਰਿਜ਼ਲਟ ਨੇ। ਉਹ ਰਿਜ਼ਲਟ ਵੈਸੇ ਅਗਲੀ ਐਕਸਰਸਾਈਜ਼ ਦੇ ਵਿੱਚ ਕੰਮ ਆਉਣਗੇ, ਪਰ ਮੈਂ ਹੁਣੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੰਨ ਲਓ P ਕੋਈ ਪ੍ਰਾਈਮ ਨੰਬਰ ਹੈ, ਲੈਟ P ਇਜ਼ ਏ ਪ੍ਰਾਈਮ ਨੰਬਰ, N is any natural number, N is any natural number, P कोई अभाज्य संख्या है, N कोई भी कुदरती संख्या है, तो मान लो let P divides N square, मान लो जो P है जी अभाज्य संख्या की आप गल की सी, वो N के स्केयर में पूरा पूरा वंडती है। इट इंप्लाइज दैट, यदा मतलब ये है कि P विल डिवाइड N आलसो, P N नू भी वंडूगी। हुण ये रिजल्ट का की मतलब है, मान लो कोई प्राइम नंबर आप 3 है, ठीक है, गल समझ आ गई।
ਇਹ 6 ਦੇ ਸਕੇਅਰ ਨੂੰ ਪੂਰਾ ਪੂਰਾ ਬਣਦਾ। 6 ਦਾ ਸਕੇਅਰ ਕਿੰਨਾ ਹੁੰਦਾ 36, 36 ਨੂੰ 3 ਦੇ ਵੰਡਾਂਗੇ 12, ਪੂਰਾ ਪੂਰਾ ਬਣਦਾ। ਜੇ 3 6 ਦੇ ਸਕੇਅਰ ਨੂੰ ਵੰਡੂ ਤਾਂ ਇਹਦਾ ਮਤਲਬ ਇਹ ਜਿਹੜੀ ਸੰਖਿਆ ਦੇ ਸਕੇਅਰ ਨੂੰ ਵੰਡ ਰਿਹਾ ਉਸ ਸੰਖਿਆ ਨੂੰ ਵੀ 3 ਵੰਡੂਗਾ, 6 ਨੂੰ ਵੀ 3 ਵੰਡੂਗਾ। ਗੱਲ ਸਮਝ ਆ ਗਈ? ਜਿਹੜੀ ਸੰਖਿਆ ਦੇ ਸਕੇਅਰ ਨੂੰ ਕੋਈ ਪ੍ਰਾਈਮ ਸੰਖਿਆ ਬਣ ਰਹੀ ਹੈ ਉਸ ਸੰਖਿਆ ਨੂੰ ਵੀ ਜੇ ਸਕੇਅਰ ਨੂੰ ਵੰਡੂ ਤਾਂ ਸੰਖਿਆ ਨੂੰ ਵੀ ਵੰਡੂ। ਇਹ ਇੱਕ ਰਿਜ਼ਲਟ ਹੈ। ਦੂਜਾ ਰਿਜ਼ਲਟ ਹੈ ਕਿ ਮੰਨ ਲਓ ਪੀ ਕੋਈ ਪ੍ਰਾਈਮ ਨੰਬਰ ਹੈ, ਪੀ ਪ੍ਰਾਈਮ ਹੈ, ਏ ਤੇ ਬੀ ਦੋ ਨੈਚੁਰਲ ਨੰਬਰ ਨੇ, ਏ ਐਂਡ ਬੀ ਦੋ ਨੈਚੁਰਲ ਨੰਬਰ ਨੇ, ਤੇ ਪੀ ਹੈ ਜਿਹੜਾ ਡਿਵਾਈਡ ਕਰਦਾ ਹੈ ਏ ਤੇ ਬੀ ਦੀ ਗੁਣਾ ਨੂੰ, ਏ ਤੇ ਬੀ ਦੀ ਗੁਣਾ ਨੂੰ ਪੂਰਾ ਪੂਰਾ ਬਣਦਾ। ਪੀ ਡਿਵਾਈਡਸ ਪ੍ਰੋਡਕਟ ਆਫ ਏ ਐਂਡ ਬੀ, ਏ ਤੇ ਬੀ ਦੀ ਗੁਣਾ ਨੂੰ, ਇਹਦੇ ਵਾਲੇ ਕੋਈ ਨਿਸ਼ਾਨੀ ਨਹੀਂ, ਮਤਲਬ ਗੁਣਾ ਹੋ ਰਿਹਾ, ਇਹਨੂੰ ਬਣ ਰਿਹਾ। ਇਟ ਇੰਪਲਾਈਜ਼ ਦੈਟ, ਇਹਦਾ ਮਤਲਬ ਹੋਊਗਾ ਕਿ ਪੀ ਹੈ ਜਿਹੜਾ ਵੰਡੂਗਾ ਡਿਵਾਈਡ ਕਰੂਗਾ ਆਈਦਰ ਏ ਔਰ ਬੀ ਔਰ ਬੋਥ। ਤਾਂ ਪੀ ਜਾਂ ਤਾਂ ਏ ਨੂੰ ਪੂਰਾ ਪੂਰਾ ਵੰਡਦਾ ਹੋਊਗਾ ਜਾਂ ਬੀ ਨੂੰ ਪੂਰਾ ਪੂਰਾ ਵੰਡਦਾ ਹੋਊਗਾ ਜਾਂ ਦੋਨਾਂ ਨੂੰ ਹੀ ਪੂਰਾ ਪੂਰਾ ਵੰਡਦਾ ਹੋਊਗਾ। ਐਗਜ਼ਾਮਪਲ ਲੈ ਕੇ ਚੱਲਦੇ ਹਾਂ। ਮੰਨ ਲਓ ਕੋਈ ਪ੍ਰਾਈਮ ਨੰਬਰ 5 ਹੈ, ਮੰਨ ਲਓ ਕਿ ਪ੍ਰਾਈਮ ਨੰਬਰ ਕੀ ਹੈ 5 ਹੈ, ਉਹ 35 ਨੂੰ ਵੰਡਦਾ। 35 ਕਿਹਦੀ ਗੁਣਾ ਹੈ 5 ਤੇ 7 ਦੀ, ਯਾਨੀ ਪ੍ਰਾਈਮ 5 ਹੈ, ਕਿਹਨੂੰ ਵੰਡਦਾ 35 ਨੂੰ, 5 ਗੁਣਾ 7 ਨੂੰ ਵੰਡਦਾ। ਤਾਂ ਕਹਿੰਦਾ ਜਾਂ ਤਾਂ ਏ ਨੂੰ ਵੰਡਦਾ ਹੋਊਗਾ ਜਾਂ ਬੀ ਨੂੰ ਜਾਂ ਦੋਨਾਂ ਨੂੰ। ਹੁਣ ਇਹਦੇ ਵਿੱਚੋਂ ਏ ਨੂੰ ਵੰਡ ਰਿਹਾ, ਹੋ ਸਕਦਾ ਦੂਜੇ ਨੂੰ ਵੰਡਦਾ ਹੋਵੇ, ਹੋ ਸਕਦਾ ਮੰਨ ਲਓ ਇੱਕ ਸੰਖਿਆ 25 ਹੈ ਤਾਂ 5 ਏ ਨੂੰ ਵੀ ਵੰਡ ਰਿਹਾ 5 ਬੀ ਨੂੰ ਵੀ ਵੰਡ ਰਿਹਾ। ਮੰਨ ਲਓ 50 ਹੈ, ਇੱਕ ਸੰਖਿਆ 5 ਹੈ ਇੱਕ ਸੰਖਿਆ 10 ਹੈ, ਦੋਹਾਂ ਦੇ ਪ੍ਰੋਡਕਟ ਨੂੰ ਦੋਹਾਂ ਦੀ ਗੁਣਾ ਨੂੰ 5 ਵੰਡ ਰਿਹਾ ਤਾਂ 5 5 ਨੂੰ ਵੀ ਵੰਡੂ 5 10 ਨੂੰ ਵੀ ਵੰਡੂ। ਕਈ ਕੇਸਾਂ ਦੇ ਵਿੱਚ ਇੱਕ ਏ ਨੂੰ ਵੰਡਦਾ ਤਾਂ ਪਹਿਲੀ ਸੰਖਿਆ ਨੂੰ ਵੰਡਦਾ ਹੁੰਦਾ, ਕਈ ਕੇਸਾਂ ਦੇ ਵਿੱਚ ਦੂਜੀ ਸੰਖਿਆ ਨੂੰ ਵੰਡਦਾ, ਕਈ ਕੇਸਾਂ ਦੇ ਵਿੱਚ ਦੋਨਾਂ ਨੂੰ ਵੀ ਵੰਡ ਸਕਦਾ। ਜੇ ਕਿ ਪੀ ਪ੍ਰਾਈਮ ਨੰਬਰ ਹੈ, ਏ ਤੇ ਬੀ ਦੋ ਨੈਚੁਰਲ ਨੰਬਰ ਹੈ, ਏ ਤੇ ਬੀ ਦੀ ਗੁਣਾ ਨੂੰ ਪੀ ਵੰਡ ਰਿਹਾ ਤਾਂ ਉਹਨਾਂ ਦੇ ਵਿੱਚੋਂ ਇੱਕ ਨੂੰ ਤਾਂ ਘੱਟੋ ਘੱਟ ਵੰਡੂਗਾ ਹੀ ਵੰਡੂਗਾ, ਹੋ ਸਕਦਾ ਦੋਹਾਂ ਨੂੰ ਵੰਡ ਦੇ। ਮਤਲਬ ਇਹ ਦੂਜਾ ਰਿਜ਼ਲਟ ਹੈ। ਚਲੋ ਆਪਾਂ ਇਸ ਤੋਂ ਅੱਗੇ ਚੱਲਦੇ ਹਾਂ। ਜਿਹੜੀ ਇਸ ਐਕਸਰਸਾਈਜ਼ ਦੀ ਜਿਹੜੀ ਮੇਨ ਗੱਲ ਹੈ ਕਿ ਪਹਿਲਾਂ ਤਾਂ ਆਪਾਂ ਨੂੰ ਪ੍ਰਾਈਮ ਫੈਕਟਰਾਈਜੇਸ਼ਨ ਕਰਨੀ ਆਉਣੀ ਚਾਹੀਦੀ ਹੈ। ਆਪਾਂ ਵੀ 100 ਮੰਨ ਲਓ ਪਹਿਲਾਂ ਪ੍ਰਾਈਮ ਫੈਕਟਰਾਈਜੇਸ਼ਨ ਹੀ ਕਰਕੇ ਦੇਖਦੇ ਹਾਂ। 140 ਇੱਕ ਨੰਬਰ ਹੈ, ਉਹਦੀ ਪ੍ਰਾਈਮ ਫੈਕਟਰਾਈਜੇਸ਼ਨ ਕਰੋ। ਕਈ ਢੰਗ ਨੇ, ਇੱਕ ਢੰਗ ਤਾਂ ਤੁਸੀਂ ਇਹ ਕਰਦੇ ਹੁੰਦੇ ਸੀ 140 ਭਾਵੇਂ ਸਾਈਡ 'ਤੇ ਕਰਕੇ ਦੇਖ ਲਿਆ ਕਰੋ, ਇਹ ਤੁਸੀਂ ਕੀਤਾ ਹੋਇਆ ਠੀਕ ਹੈ। ਪਰ ਆਪਾਂ ਜਦੋਂ ਫੈਕਟਰਾਈਜੇਸ਼ਨ ਟਰੀ ਬਣਾਉਣਾ ਤਾਂ ਟਰੀ ਕਿਵੇਂ ਬਣੂਗਾ? ਫੈਕਟਰਾਈਜੇਸ਼ਨ ਟਰੀ ਇਹ ਬਣੂਗਾ ਬੇਟਾ, ਇੱਥੇ ਕੀ ਲਿਖਾਂਗੇ ਆਪਾਂ 2, 142 ਨੂੰ ਡਿਵਾਈਡ ਕਰਾਂਗੇ ਕੀ ਆ ਜੂ 70। ਹੁਣ ਇਹ 2 ਆਪਣੇ ਆਪ 'ਚ ਪ੍ਰਾਈਮ ਹੈ, ਇਹਨੂੰ ਇਹਦੇ ਫੈਕਟਰ ਬਣਾਉਣ ਦੀ ਲੋੜ ਨਹੀਂ। ਹੁਣ ਕਿਹਦੇ ਬਣਾਵਾਂਗੇ ਆਪਾਂ 70 ਦੇ। 70 ਨੂੰ ਵੀ 2 ਤੇ ਡਿਵਾਈਡ ਹੋ ਸਕਦਾ, ਇਹਦੇ ਪਿੱਛੇ ਜਿਹਦੇ ਪਿੱਛੇ 0 ਹੋਵੇ, 2 ਹੋਵੇ, 4 ਹੋਵੇ, 6 ਹੋਵੇ, 8 ਹੋਵੇ, ਡਿਵੀਜ਼ੀਬਲ ਦੇ ਰੂਲ ਭਾਗ ਦੇ ਜਿਹੜੇ ਰੂਲ ਨੇ ਉਹਦੇ ਮੁਤਾਬਕ ਦੇਖਿਆ ਜਾ ਸਕਦਾ। ਇਹ 2 ਤੇ ਵੰਡਿਆ ਜਾ ਸਕਦਾ। 70 ਨੂੰ 2 ਤੇ ਵੰਡਾਂਗੇ 70 ਦਾ ਅੱਧ ਹੋ ਗਿਆ, 2 ਦਾ ਮਤਲਬ ਅੱਧ 35। ਹੁਣ ਇਹ ਬਣ ਗਿਆ ਪ੍ਰਾਈਮ। 35 ਦੇ ਫੈਕਟਰ ਕਿਹੜੇ ਕਿਹੜੇ ਬਣ ਸਕਦੇ ਆ? 35 ਕਿਤੇ ਵੰਡਿਆ ਜਾ ਸਕਦਾ 5 ਦੇ ਪਿੱਛੇ 5 ਆ ਜੇ ਜਾਂ 0 ਆ ਜੇ 5 ਤੇ ਵੰਡਿਆ ਜਾਂਦਾ। 5 7 35। ਤਾਂ 140 ਦੇ ਬੇਸਿਕਲੀ ਤੁਹਾਡੇ ਕੋਲ ਕੀ ਹੈ ਕਿ 2 ਗੁਣਾ 2 ਆ ਖੱਬਾ ਪਾਸਾ ਦੇਖਣਾ ਆਪਾਂ 2 2 5 1 7 ਜਾਂ ਇਹਨੂੰ ਆਪਾਂ ਲਿਖ ਲਓ 2 ਦੀ 2 ਗੁਣਾ 5 ਗੁਣਾ 7। ਵੈਸੇ ਤੁਸੀਂ ਇੱਕ ਗੱਲ ਨੋਟ ਕੀਤੀ, ਲਿਖੇ ਨੂੰ ਆਪਾਂ ਇਹ ਵੀ ਸਕਦੇ ਹਾਂ 5 ਗੁਣਾ 7 ਗੁਣਾ 2 ਦੀ 2 ਮਰਜ਼ੀ ਹੈ, ਪਰ ਜਿਹੜਾ ਜਨਰਲ ਰੂਲ ਹੈ ਇਤਰਾਜ਼ ਕੋਈ ਨਹੀਂ। ਜਿਹੜਾ ਸਹੀ ਰੂਲ ਹੈ ਕਿ ਆਪਾਂ ਵਾਧੇ ਕਰਮ ਵੱਲ ਚੱਲਦੇ ਤੁਰੇ ਜਾਂਦੇ ਵੀ ਪਹਿਲਾਂ ਜੇ ਮੰਨ ਲਓ ਇੱਕ ਪ੍ਰਾਈਮ ਫੈਕਟਰ P1 ਬਣ ਗਿਆ, ਇੱਕ P2 ਬਣ ਗਿਆ, ਇੱਕ P3 ਬਣ ਗਿਆ, ਜਿਹੜਾ ਛੋਟਾ ਹੈ ਉਹ ਪਹਿਲਾਂ ਲਾ ਦਾਂਗੇ, ਉਸ ਤੋਂ ਬਾਅਦ ਉਦੋਂ ਵੱਡਾ, ਫਿਰ ਉਸ ਤੋਂ ਬਾਅਦ ਉਦੋਂ ਵੱਡਾ। 2 ਛੋਟਾ ਸੀ ਪਹਿਲਾਂ ਲਾਤਾ, ਫਿਰ 5 ਲਾਤਾ, ਫਿਰ 7 ਲਾਤਾ। ਅਸਲ ਦੇ ਵਿੱਚ ਆਪਾਂ ਸੋਹਣਾ ਐਂ ਲੱਗਦਾ, ਲਿਖ ਜਿਵੇਂ ਮਰਜ਼ੀ ਦਿਓ। ਢੰਗ ਮੈਥ ਦੇ ਵਿੱਚ ਆਪਾਂ ਇਹੀ ਵਰਤਦੇ ਹਾਂ, ਪਹਿਲਾਂ ਛੋਟਾ ਫੈਕਟਰ ਫਿਰ ਵੱਡਾ ਫਿਰ ਵੱਡਾ। ਇਹ ਤਾਂ ਹੋ ਗਈ ਪ੍ਰਾਈਮ ਫੈਕਟਰਾਈਜੇਸ਼ਨ। ਹੁਣ ਇਹਦੇ ਬਿਹਾਫ 'ਤੇ ਆਪਾਂ ਕਰਨਾ ਕੀ ਹੈ? ਆਪਾਂ ਹੁਣ ਅੱਗੇ ਪੜ੍ਹਨੀਆਂ ਇਹਦੀਆਂ ਐਪਲੀਕੇਸ਼ਨ ਫੰਡਾਮੈਂਟਲ ਥਿਊਰਮ ਦੀਆਂ। ਪਰ ਐਪਲੀਕੇਸ਼ਨ ਪੜ੍ਹਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਐਗਜ਼ਾਮਪਲ ਜਿਹੜੀ ਇਹਦੇ ਨਾਲ ਦੀ ਕੁਐਸਚਨ ਐਕਸਰਸਾਈਜ਼ ਵੀ ਤੁਹਾਨੂੰ ਮਿਲੂਗਾ, ਉਹ 6n ਨਾਲ ਰਿਲੇਟਡ ਹੋਊਗਾ। ਆਪਾਂ ਐਗਜ਼ਾਮਪਲ ਪੜ੍ਹਨੀ 4n। ਐਗਜ਼ਾਮਪਲ ਕੀ ਹੈ?
कंसिडर द नंबर 4 रेज़ टू पावर n। कोई नंबर कहना सोचो, कोई संख्या सोचो, कोई संख्या हैगी है, इनू विचारो कि संख्या की है 4 की पावर n है। n की है कोई कुदरती संख्या, 1 भी हो सकता है, n 2 भी हो सकता है, n 3 भी हो सकता है, n कुछ भी हो सकता है, कुछ भी हो सकता है, आपको नहीं पता n की है। चैक वैदर देयर इज़ एनी वैल्यू ऑफ n, कहना ये चैक करो, ये पता करो कि n का कोई इहो जिहा मुੱਲ हो सकता है, इहो जी कोई वैल्यू हो सकती है फार विच ਜਿਹਦੇ ਲਈ 4 ਦੀ n ਐਂਡ ਵਿਦ ਡਿਜਿਟ 0, 4 ਦੀ n ਕਿਹਦੇ ਨਾਲ ਖਤਮ ਹੋਵੇ, 0 ਤੇ ਖਤਮ ਹੋਵੇ। ਮਤਲਬ 0 ਤੇ ਕਦੋਂ ਖਤਮ ਹੋਊ, ਜਾਂ 10 ਬਣੂ ਜਾਂ 20 ਬਣੂ ਜਾਂ 30 ਬਣੂ, ਵੀ ਪਿੱਛੇ 0 ਆ ਜੇ, ਵੀ n ਦੀ ਕੋਈ ਇਹੋ ਜਿਹਾ ਮੁੱਲ ਹੋ ਸਕਦਾ ਹੈ ਵੀ ਜਿਹੜਾ ਪੁੱਤ ਤੇ 4 ਦੀ ਪਾਵਰ ਲਾ ਲਈਏ ਵੀ ਇਹੋ ਜਿਹੀ ਚੀਜ਼ ਬਣ ਜੇ ਜਿਹਦੇ ਪਿੱਛੇ 0 ਆ ਜੇ। ਹੁਣ ਧਿਆਨ ਨਾਲ ਦੇਖੋ, 4 ਦੀ n ਪਹਿਲਾਂ 4 ਦੇ ਫੈਕਟਰ ਕਿਵੇਂ ਬਣਨਗੇ, 2 ਗੁਣਾ 2, ਤਾਂ 4 ਨੂੰ ਆਪਾਂ ਲਿਖ ਸਕਦੇ ਹਾਂ 2 ਦੀ 2 ਲਿਖ ਸਕਦੇ ਹਾਂ, ਇਹਦੀ ਪਾਵਰ n। ਇਹ ਕੀ ਬਣ ਗਿਆ, 2 ਦੀ ਪਾਵਰ 2n। 2 ਦੀ ਪਾਵਰ 2n ਦਾ ਮਤਲਬ 2 ਕਿੰਨੇ ਵਾਰੀ ਹੈ, 2n ਟਾਈਮ ਦਾ, 2 ਗੁਣਾ 2 ਗੁਣਾ 2, ਪਤਾ ਨਹੀਂ ਆਪਾਂ ਨੂੰ ਪਤਾ, ਇਹ ਆਪਾਂ ਨੂੰ ਕਿਉਂਕਿ ਐਗਜ਼ੈਕਟ ਸੰਖਿਆ ਦਾ ਪਤਾ ਨਹੀਂ ਇਹ ਕਿੰਨੇ ਟਾਈਮਸ ਹੈ, 2n ਟਾਈਮਸ ਹੈ, ਕਿੰਨੇ ਟਾਈਮਸ ਹੈ, ਕਿੰਨੇ ਵਾਰੀ ਹੈ, ਇੰਨੇ ਵਾਰੀ ਗੁਣਾ ਹੋਊਗਾ ਇਹ। ਤਾਂ ਤੁਸੀਂ ਦੇਖੋਗੇ ਚਾਹੇ ਗੁਣਾ ਜਿੰਨੇ ਵਾਰੀ ਮਰਜ਼ੀ ਹੋ ਰਿਹਾ, ਪ੍ਰਾਈਮ ਫੈਕਟਰ ਤਾਂ ਇੱਕੋ ਹੀ ਬਣ ਰਿਹਾ, ਕਿਹੜਾ, 2। ਇਹਦਾ ਮਤਲਬ 4 ਦੀ n ਕੰਟੇਨਸ 2 only 2 as prime factor। 4 ਦੀ n ਦੇ ਵਿੱਚ ਸਿਰਫ 2 ਪ੍ਰਾਈਮ ਅਭਾਜ ਗੁਣਨਖੰਡ ਸਿਰਫ 2 ਹੈ, ਠੀਕ ਹੈ। ਪਰ ਜੇ ਪਿੱਛੋਂ 0 ਹੋ ਜਿਹਦੇ ਪਿੱਛੇ 0 ਹੋਊਗੀ, if we want 0 at end, if we want 0 digit at end, ਜੇ ਅਸੀਂ ਭਾਲਦੇ ਹਾਂ ਕਿ ਜੇ ਅਸੀਂ ਚਾਹੁੰਦੇ ਹਾਂ ਕਿ 0 ਐਂਡ 'ਤੇ ਹੋਵੇ ਤਾਂ ਜਿਹਦੇ ਪਿੱਛੇ 0 ਹੁੰਦਾ ਜਿਹੜਾ 5 ਦੇ ਵੰਡਿਆ ਜਾਂਦਾ ਹੁੰਦਾ, ਠੀਕ ਹੈ। 5 ਦੇ ਤਾਂ ਵੰਡੇ ਹੀ ਜਾਊਗਾ, ਜੀ 5 ਦਾ ਉਹਦਾ ਫੈਕਟਰ ਹੋਊਗਾ ਹੀ ਹੋਊਗਾ, ਕਿਉਂਕਿ ਜਿਹਦੇ ਪਿੱਛੇ 5 ਹੋਵੇ ਜਾਂ 0 ਹੋਵੇ ਉਹ 5 ਦੇ ਵੰਡਿਆ ਜਾਣਾ ਚਾਹੀਦਾ। ਇਹਦਾ ਮਤਲਬ 5 ਤੇ ਤਾਂ ਪੱਕੀ ਵੰਡਿਆ ਜਾਂਦਾ ਜਿਹਦੇ ਪਿੱਛੇ 0 ਹੋਵੇ, ਤਾਂ ਅਭਾਜ ਗੁਣਨਖੰਡ 5 ਵੀ ਹੋਣਾ ਚਾਹੀਦਾ, ਪਰ 5 ਦਾ ਆਪਣਾ ਅਭਾਜ ਗੁਣਨਖੰਡ ਬਣਿਆ ਹੀ ਨਹੀਂਗਾ, ਆਪਣਾ ਗੁਣਨਖੰਡ ਤਾਂ ਇਕੱਲਾ ਬਣੇ ਹੀ 2 ਹੈ। It must have 5 as prime factor। ਜੇ ਆਪਾਂ ਚਾਹੁੰਦੇ ਹਾਂ ਕਿ 0 ਐਂਡ 'ਤੇ ਹੋਵੇ ਤਾਂ ਇਹਨੂੰ ਇਟ ਮਸਟ ਹੈਵ, ਇਹ ਜ਼ਰੂਰੀ ਹੈ, ਮਸਟ ਹੈਵ ਹੈ ਜ਼ਰੂਰੀ, ਇਹ ਜ਼ਰੂਰੀ ਹੈ ਕਿ 5 ਇਸ ਦਾ ਅਭਾਜ ਗੁਣਨਖੰਡ ਹੋਵੇ, ਠੀਕ ਹੈ। ਬਟ 5 ਇਜ਼ ਨਾਟ ਦੇਅਰ, ਪਰ 5 ਦਾ ਉੱਥੇ ਹੈ ਨਹੀਂ, ਸੋ ਇਟ ਇਜ਼ ਨਾਟ ਪੋਸੀਬਲ, but 5 is not factor, 5 तो फैक्टर है ही नहीं गा, so it is not possible for having such value of n। ਤਾਂ ਇਹ ਪੋਸੀਬਲ ਹੀ ਨਹੀਂ ਹੈਗਾ ਵੀ n ਦੀ ਇਹੋ ਜਿਹੀ ਵੈਲਿਊ ਕੋਈ ਹੋਵੇ। ਐਗਜ਼ਾਮਪਲ ਬਾਹਲਾ ਲਿਖਿਆ ਜਾਂ ਦੇਖ ਕੇ ਡਰੇ ਹੋਣਾ, ਗੱਲ ਕੁਛ ਵੀ ਨਹੀਂ। ਕਹਿੰਦਾ 4 ਦੀ ਪਾਵਰ n ਹੈ, ਕੋਈ n ਦੀ ਕੋਈ ਇਹੋ ਜਿਹੀ ਵੈਲਿਊ ਹੋ ਸਕਦੀ ਹੈ ਜਿਹਦੇ ਲਈ, ਕਿਹਦੇ ਲਈ, ਜਿਹਦੇ ਲਈ ਜਿਹੜਾ ਇਹਦੇ ਪਿੱਛੇ ਜਦੋਂ ਆਪਾਂ ਇਹਨੂੰ ਐਕਸਪੈਂਡ ਕਰਾਂਗੇ ਇਹਦੀ ਪਾਵਰ ਨੂੰ, ਪਿੱਛੇ 0 ਆ ਜੇ। ਪਿੱਛੇ 0 ਕਦੋਂ ਆਉਂਦਾ, 10 20 30 50 100, ਇੱਥੇ 0 ਆਉਂਦਾ। ਜਦੋਂ ਇਹੋ ਜਿਹੀ ਸੰਖਿਆ ਬਣੂ ਤਾਂ 5 ਵੀ ਇਹਨੂੰ ਵੰਡੂਗਾ, ਤਾਂ 5 ਇਹਦਾ ਫੈਕਟਰ ਹੋਣਾ ਚਾਹੀਦਾ। ਪਰ ਆਪਾਂ ਦੇਖਿਆ 5 ਦਾ ਇਹਦਾ ਫੈਕਟਰ ਬਣਦੀ ਨਹੀਂ, ਇਹਦੇ ਫੈਕਟਰ ਤਾਂ ਸਾਰੇ 2 2 2 ਬਣ ਗਏ, ਯਾਨੀ 5 ਇਹਦਾ ਫੈਕਟਰ ਹੈ ਨਹੀਂ ਗਾ। ਤਾਂ ਜੇ 5 ਇਹਦਾ ਫੈਕਟਰ ਹੈ ਨਹੀਂ, ਇਹਦਾ ਗੁਣਨਖੰਡ ਹੈ ਨਹੀਂ ਗਾ, ਤਾਂ ਇਹਦੇ ਪਿੱਛੇ ਕਦੇ ਵੀ 0 ਨਹੀਂ ਆ ਸਕਦੀ। ਜੇ ਕਦੇ ਵੀ 0 ਨਹੀਂ ਆ ਸਕਦੀ ਤਾਂ n ਦੀ ਕੋਈ ਵੀ ਵੈਲਿਊ ਇਹਨੂੰ ਸੈਟਿਸਫਾਈ ਨਹੀਂ ਕਰੂਗੀ। ਇਹ ਇੰਨੀ ਕੀ ਗੱਲ ਸੀ। ਅਗਲੀਆਂ ਐਗਜ਼ਾਮਪਲਾਂ ਵੱਲ ਵੱਧਦੇ ਹਾਂ। ਅੱਜ ਇਸ ਤੋਂ ਬਾਅਦ ਆਪਾਂ ਫੰਡਾਮੈਂਟਲ ਥਿਊਰਮ ਆਫ ਅਰਿਥਮੈਟਿਕ ਪੜ੍ਹੀ ਹੈ, ਅੰਕ ਗਿਣਤੀ ਦੀ ਮੂਲਭੂਤ ਪ੍ਰਮੇਹ ਪੜ੍ਹੀ ਹੈ ਆਪਾਂ। ਉਹਦੇ ਵਿੱਚ ਆਪਾਂ ਉਹਦੀ ਐਪਲੀਕੇਸ਼ਨ ਉਹ ਲਾਗੂ ਕਿੱਥੇ ਹੁੰਦੀ ਹੈ, ਉਹਦੇ ਨਾਲ ਆਪਾਂ ਕੀਤਾ ਕੀ ਜਾ ਸਕਦਾ, ਉਹਦੇ ਬਾਰੇ ਦੇਖਾਂਗੇ। ਉਹਦੇ ਬੇਸ 'ਤੇ ਆਪਣੇ ਕੋਲ 2 ਰਿਜ਼ਲਟ ਨੇ, ਇੱਕ HCF ਕੱਢਣਾ, ਇੱਕ LCM ਕੱਢਣਾ। HCF ਮਤਲਬ ਮਹੱਤਵ ਸਮਾਵਰਤਕ, LCM ਜਿਵੇਂ ਲਘੁੱਤਮ ਸਮਾਵਰਤਕ। ਹੁਣ ਨਿਕਲੂਗਾ ਕਿਵੇਂ ਇਹ ਦੇਖ ਲਓ। ਪ੍ਰੋਡਕਟ ਆਫ HCF ਕਿ ਨਿਕਲੂ, ਪ੍ਰੋਡਕਟ ਆਫ ਗੁਣਨਖੰਡ ਵਿਧੀ ਲਾਉਣੀ ਹੈ ਆਪਾਂ, ਪ੍ਰਾਈਮ ਫੈਕਟਰੀਏਸ਼ਨ ਵਿਧੀ ਲਾਉਣੀ ਹੈ। ਸਮਾਲੈਸਟ ਪਾਵਰ ਆਫ, ਛੋਟੀ ਤੋਂ ਛੋਟੀ ਪਾਵਰ, ਸਮਾਲੈਸਟ ਹੁੰਦੀ ਹੈ ਛੋਟੀ ਤੋਂ ਛੋਟੀ
ਪਾਵਰ ਹੁੰਦੀ ਹੈ ਸ਼ਕਤੀ ਕਿਹਦੀ, ਈਚ ਕਾਮਨ ਪ੍ਰਾਈਮ ਫੈਕਟਰ ਇਨ ਦਾ ਨੰਬਰ। ਕਾਮਨ ਹੁੰਦਾ ਸਾਂਝਾ, ਕਾਮਨ ਕੀ ਹੁੰਦਾ ਸਾਂਝਾ ਪ੍ਰਾਈਮ ਫੈਕਟਰ। ਜਿਹੜੇ ਸਾਂਝੇ ਪ੍ਰਾਈਮ ਫੈਕਟਰ ਬਣਨਗੇ ਮਤਲਬ ਦੋ ਜਾਂ ਦੋ ਤੋਂ ਵੱਧ ਸੰਖਿਆਵਾਂ ਨੇ ਉਹਦੇ ਆਪਾਂ ਪ੍ਰਾਈਮ ਫੈਕਟਰ ਬਣਾ ਲਏ। ਪ੍ਰਾਈਮ ਫੈਕਟਰ ਜਾਨੀ ਅਭਾਜ ਗੁਣਨਖੰਡ ਬਣਾ ਲਏ। ਫਿਰ ਆਪਾਂ ਸਾਂਝੇ ਅਭਾਜ ਗੁਣਨਖੰਡ ਕੱਢ ਲਏ ਵੀ ਸਾਂਝੇ ਕਿਹੜੇ ਕਿਹੜੇ ਨੇ। ਉਹਨਾਂ 'ਚ ਜਿਹੜੀ ਪਾਵਰ ਛੋਟੀ ਹੈ ਆਪਾਂ ਇਹ 'ਚ ਸਾਂਝੇ ਕੱਢਣੇ ਆ। ਪਹਿਲੀ ਗੱਲ ਉਹਦਾ ਛੋਟੀ ਪਾਵਰ ਵਾਲੇ ਲੈਣੇ ਆ, ਛੋਟੀ ਪਾਵਰਾਂ ਨੂੰ ਗੁਣਾ ਕਰ ਦੇਣਾ ਤਾਂ ਇਹਦਾ HCF ਆ ਜੂ। ਕਿਵੇਂ ਨਿਕਲਣਾ ਆਪਾਂ ਐਗਜ਼ਾਮਪਲ ਤੁਹਾਨੂੰ ਜ਼ਿਆਦਾ ਕਲੀਅਰ ਹੋ ਜਾਊਗਾ, ਮੋਟੀ ਗੱਲ ਦਿਮਾਗ 'ਚ ਆ ਗਈ। LCM ਨਿਕਲੂਗਾ ਪ੍ਰੋਡਕਟ ਆਫ ਗ੍ਰੇਟੈਸਟ ਪਾਵਰ, ਵੱਡੀ ਤੋਂ ਵੱਡੀ ਪਾਵਰ। ਪਹਿਲਾਂ HCF 'ਚ ਛੋਟੀ ਤੋਂ ਛੋਟੀ ਲਈ ਸੀਗੀ, LCM 'ਚ ਕੀ ਲੈਣੀ ਹੈ ਵੱਡੀ ਤੋਂ ਵੱਡੀ। ਆਫ ਈਚ ਪ੍ਰਾਈਮ ਫੈਕਟਰ 'ਚ ਕਾਮਨ ਨਹੀਂ ਆਇਆ, ਇਹ 'ਚ ਉੱਪਰ HCF 'ਚ ਕਾਮਨ ਆਇਆ ਸੀ ਵੀ ਸਾਂਝਾ ਫੈਕਟਰ ਲੈਣਾ, ਇਹ 'ਚ ਹਰੇਕ ਫੈਕਟਰ ਲੈਣਾ ਆਪਾਂ। ਠੀਕ ਹੈ, ਇਨਵੋਲਵਡ ਇਨ ਦਾ ਨੰਬਰ, ਉਸ ਨੰਬਰ ਦੇ ਵਿੱਚ ਜਿਹੜੇ ਸ਼ਾਮਲ ਨੇ ਉਸ ਸੰਖਿਆ ਦੇ ਵਿੱਚ ਜਿੰਨੇ ਵੀ ਫੈਕਟਰ ਜਿੰਨੇ ਵੀ ਗੁਣਨਖੰਡ ਸ਼ਾਮਲ ਨੇ ਉਹਦੀ ਆਪਾਂ ਵੱਡੀ ਤੋਂ ਵੱਡੀ ਪਾਵਰ ਲੈਣੀ ਹੈ, ਉਹਨਾਂ ਸਾਰਿਆਂ ਦੀ ਗੁਣਾ ਕਰਨੀ ਹੈ। ਉਹ ਤੋਂ ਕੀ ਨਿਕਲੂ LCM ਨਿਕਲੂਗਾ। ਐਗਜ਼ਾਮਪਲ ਨਾਲ ਬਾਹਲੀ ਗੱਲ ਕਲੀਅਰ ਹੋ ਜੂਗੀ। ਆਪਾਂ ਇੱਕ ਐਗਜ਼ਾਮਪਲ ਲੈ ਕੇ ਚੱਲਦੇ ਹਾਂ। ਫਾਈਂਡ ਦਾ HCF ਐਂਡ LCM। ਪੰਜਾਬੀ 'ਚ ਕਹਾਂ ਕਿ ਮਹੱਤਵ ਸਮਾਵਰਤਕ ਪਤਾ ਕਰੋ, ਲੱਲਾ ਸੱਸਾ ਵਾਹ ਪਤਾ ਕਰੋ। ਕਿਹਦਾ 6 ਅਤੇ 20 ਦਾ ਦੋ ਸੰਖਿਆਵਾਂ ਨੇ। ਕਿਹੜੇ ਮੈਥਡ ਨਾਲ, ਪ੍ਰਾਈਮ ਫੈਕਟਰਾਈਜੇਸ਼ਨ ਮੈਥਡ ਨਾਲ। ਵੈਸੇ ਇਹ ਨਾ ਚੌਥੀ ਪੰਜਵੀਂ ਦਾ ਟੌਪਿਕ ਹੀ ਹੈ, ਬੜਾ ਔਖਾ ਟੌਪਿਕ ਨਹੀਂ, ਬਹੁਤ ਈਜ਼ੀਲੀ ਸਮਝ ਆ ਜਾਊਗਾ। ਆਪਾਂ ਕਰਾਂਗੇ 6 ਦੇ ਆਪਾਂ ਪ੍ਰਾਈਮ ਫੈਕਟਰ ਬਣਾ ਲਾਂਗੇ। 6 ਦੇ ਪ੍ਰਾਈਮ ਫੈਕਟਰ ਕੀ ਬਣਨਗੇ 2 ਤੀਏ 6, ਬਸ ਇਹੀ ਬਣਨਗੇ 2 ਤੀਏ 6। ਹੁਣ 2 ਦੀ ਪਾਵਰ ਕਿੰਨੀ ਹੋਊ 1 ਹੋਊ ਕਿਉਂਕਿ ਇੱਕੋ ਹੀ ਵਾਰੀ ਹੈ। 3 ਦੀ ਪਾਵਰ ਕਿੰਨੀ ਹੋਊ 1 ਹੋਊ। ਆਪਾਂ ਪਾਵਰਾਂ ਲਿਖਦੇ ਜਾਵਾਂਗੇ ਨਾਲ ਦੀ ਨਾਲ। ਹੁਣ 20 ਦੇ ਬਣਾ ਲਓ। 20 ਦੇ ਬਣ ਕੇ 2 ਗੁਣਾ 2 ਗੁਣਾ 5, ਇਹੀ ਬਣ ਕੇ 2 2 4 5 20 ਇਹੀ ਬਣਨਗੇ ਨਾ। ਇਹ ਜਿਹਾ ਕੁਛ ਕਰਨ ਦੀ ਮੈਨੂੰ ਲੋੜ ਨਹੀਂ, ਈਜ਼ੀਲੀ ਸੌਖਾ ਜਿਹਾ ਕੰਮ ਹੈ ਇਹ। 2 ਕਿੰਨੇ ਵਾਰੀ ਆ ਗਿਆ 2 ਵਾਰੀ ਆ ਗਿਆ, 1 ਵਾਰੀ 5 ਆ ਗਿਆ। ਪਹਿਲਾਂ ਆਪਾਂ HCF ਕੱਢਣਾ। HCF 'ਚ ਤੁਹਾਨੂੰ ਕੀ ਦੱਸਿਆ ਸੀਗਾ, ਛੋਟੀ ਤੋਂ ਛੋਟੀ ਪਾਵਰ ਲੈਣੀ ਹੈ ਪਹਿਲਾਂ ਕਿਹਦੀ, ਸਾਂਝੇ ਗੁਣਨਖੰਡ ਦੀ। ਸਾਂਝਾ ਗੁਣਨਖੰਡ ਕਿਹੜਾ ਇਹ 'ਚੋਂ 3 ਇਹ 'ਚ ਹੈਗਾ, ਇਹ 'ਚ ਨਹੀਂ ਹੈਗਾ। 5 ਇਹ 'ਚ ਹੈਗਾ, ਇਹ 'ਚ ਨਹੀਂ ਹੈਗਾ। ਸਾਂਝਾ ਇਕੱਲਾ ਕਿਹੜਾ 2, ਇਹ 'ਚ ਪਾਵਰ 2 ਹੈ, ਇਹ 'ਚ ਪਾਵਰ 1 ਹੈ। ਛੋਟੀ ਪਾਵਰ ਕਿਹੜੀ ਹੈ 1। ਗਾਹਾਂ ਗੁਣਾ ਕਰ, ਸਾਂਝਾ ਗੁਣਨਖੰਡ 1 ਹੈ, ਗੁਣਾ ਕਿਹਦੇ ਨਾਲ ਕਰਾਂਗੇ ਬਸ ਇੱਥੇ ਰੱਖ ਲਓ। HCF ਦੀ ਕਿੰਨਾ ਆ ਗਿਆ 2 ਦੀ ਪਾਵਰ 1 ਕਿੰਨਾ ਆ ਗਿਆ 2 ਆ ਗਿਆ। ਹੁਣ ਆਪਾਂ ਕੱਢਣਾ LCM। LCM 'ਚ ਸਾਂਝਾ ਗੁਣਨਖੰਡ ਦੀ ਲੈਣਾ ਆਪਾਂ। ਹਰੇਕ ਗੁਣਨਖੰਡ ਲੈਣਾ ਜਿਹੜਾ ਇਹਦੇ ਵਿੱਚ ਪਿਆ। ਜਿਵੇਂ 2 ਤਾਂ ਸਾਂਝਾ ਹੈ, 2 ਤਾਂ ਸਾਂਝਾ ਹੈ। ਇਹਨਾਂ ਸਾਂਝਿਆਂ 'ਚ ਵੱਡੀ ਪਾਵਰ ਕਿਹਦੀ ਹੈ LCM ਦੇ ਵਿੱਚ ਪਾਵਰ ਕਿਹੜੀ ਲੈਣੀ ਹੈ ਗ੍ਰੇਟੈਸਟ ਲੈਣੀ ਹੈ। ਵੱਡੀ ਪਾਵਰ ਕਿਹੜੀ ਹੈ 2 ਹੈ, ਤਾਂ 2 ਦੀ 2 ਲੈ ਲਿਆ ਆਪਾਂ ਗੁਣਾ। ਹੁਣ 3 ਇਹ 'ਚ ਹੈਗਾ, ਇਹ 'ਚ ਨਹੀਂ ਹੈਗਾ। ਜਿੰਨਾ ਵੀ ਹੈਗਾ ਲਿਖ ਲਓ ਕਿਉਂ ਜਿਹੜੀ ਪਾਵਰ ਵੱਡੀ ਤੋਂ ਵੱਡੀ ਇਹੀ ਹੋਊ ਕਿਉਂਕਿ ਇੱਧਰ ਤਾਂ ਹੈ ਹੀ ਨਹੀਂ। ਇੱਧਰ ਕਿੰਨੀ ਹੈ, ਇੱਧਰ ਸਮਝ ਲਓ 3 ਦੀ ਪਾਵਰ 0 ਹੈ। ਇੱਕ ਤਰੀਕੇ ਇਹ ਸਮਝ ਲਓ, ਜੇ ਸਾਂਝਾ ਵੀ ਦੇਖਣਾ ਇਹ 'ਚ 3 ਦੀ ਪਾਵਰ 0 ਹੈ, 3 ਦੀ ਪਾਵਰ 1 ਹੈ ਕਿਉਂਕਿ 3 ਦੀ ਪਾਵਰ 0 ਕਿੰਨਾ ਹੁੰਦਾ 1 ਹੋ ਜਾਂਦਾ, ਨਾ ਹੋਇਆ ਅਰਗੀ ਹੁੰਦਾ ਉਹ। ਠੀਕ ਹੈ, ਤਾਂ 3 ਦੀ ਪਾਵਰ 1 ਵੱਡੀ ਹੈ ਉਹ ਲੈ ਲਈ ਆਪਾਂ। ਫਿਰ 5 ਇੱਧਰ ਪਿਆ, ਇੱਧਰ ਨਹੀਂ ਹੈਗਾ, ਪਰ ਲੈਣਾ ਹਰੇਕ ਗੁਣਨਖੰਡ ਹੈ ਇਹਦੇ ਵਿੱਚ LCM ਦੇ ਵਿੱਚ, ਸਾਂਝਾ ਨਹੀਂ ਦੇਖਣਾ ਆਪਾਂ। ਤਾਂ 5 ਵੱਡੇ ਤੋਂ ਵੱਡਾ ਇਕੱਲਾ 5 ਹੀ ਹੈ ਨਾ, ਇਦੋਂ ਵੱਡਾ ਤਾਂ ਕੁਛ ਹੈ ਹੀ ਨਹੀਂ ਗਾ। 2 ਦੂਣੀ 4 3 5, ਇੱਕ ਪਾਵਰ ਨਾਲ ਤਾਂ ਕੋਈ ਫਰਕ ਹੀ ਨਹੀਂ ਪੈਂਦਾ। 4 ਤੀਏ 12 5 60। LCM ਕਿੰਨਾ ਆ ਗਿਆ 60 ਆ ਗਿਆ। ਇੱਕ ਅੱਧੀ ਐਗਜ਼ਾਮਪਲ ਮੈਂ ਹੋਰ ਲੈ ਲੈਣਾ ਕਿਉਂਕਿ ਸ਼ਾਇਦ ਤੁਹਾਨੂੰ ਸਮਝ ਨਾ ਆਇਆ ਹੋਵੇ। ਮੈਂ ਥੋੜੀ ਜਿਹੀ ਵੱਡੀ ਐਗਜ਼ਾਮਪਲ ਲੈ ਲੈਣਾ ਕਿ ਫਾਈਂਡ HCF ਐਂਡ LCM ਆਫ 26 ਐਂਡ 91, 26 ਤੇ 91 ਦੇ। ਇਹਦੇ ਨਾਲ ਵੀ ਇਹ ਵੀ ਈਜ਼ੀ ਕੁਐਸਚਨ ਹੈ। ਚਲੋ HCF ਤੇ LCM ਪਤਾ ਕਰੋ। ਜਿਹੜੀ ਚੀਜ਼ ਮੈਂ ਚਾਹੁੰਦਾ ਉਹ ਵੀ ਇਸ ਐਗਜ਼ਾਮਪਲ 'ਚ ਹੈ ਨਹੀਂ ਗਾ। HCF ਤੇ LCM ਪਤਾ ਕਰੋ ਕਿਹਦਾ 26 ਤੇ 91 ਦਾ ਬਾਏ ਪ੍ਰਾਈਮ ਫੈਕਟਰਾਈਜੇਸ਼ਨ। ਹੁਣ 26 ਦੇ ਪ੍ਰਾਈਮ ਫੈਕਟਰ ਬਣਾ ਲਓ, ਇਹ ਬਣਨਗੇ 2 ਗੁਣਾ 13, 2 ਵੀ ਪ੍ਰਾਈਮ ਹੈ 13 ਵੀ ਪ੍ਰਾਈਮ ਹੈ। 91 ਇਹ ਦੇਖਣਾ ਕਿ ਫੈਕਟਰ ਪ੍ਰਾਈਮ ਹੋਣੇ ਚਾਹੀਦੇ, ਇਹ ਜ਼ਰੂਰੀ ਹੈ। 7 ਗੁਣਾ 13 13 7 91। ਠੀਕ ਹੈ, ਹੁਣ ਇਹਦੇ ਵਿੱਚ HCF ਕੀ ਆ ਜਾਊਗਾ, ਸਾਂਝਾ ਗੁਣਨਖੰਡ ਲੈ ਲਓ। ਸਾਂਝਾ ਗੁਣਨਖੰਡ ਇੱਥੇ ਇਹਦੀ ਪਾਵਰ ਵੀ 1 ਲਾ ਲਓ, ਇਹਦੀ ਪਾਵਰ ਵੀ 1, ਪਾਵਰਾਂ ਤਾਂ ਇੱਕ ਹੀ ਹੈ ਨਾ ਸਭ ਦੀਆਂ। ਸਾਂਝਾ ਗੁਣਨਖੰਡ 13, ਘੱਟੋ ਘੱਟ ਪਾਵਰ 1 ਹੈ, ਤਾਂ HCF ਕੀ ਆ ਗਿਆ 13 ਬਸ। LCM
ਹੁਣ LCM ਦੇ ਵਿੱਚ 2 ਇਹ 'ਚ ਹੈ ਨਹੀਂ, ਇਹ 'ਚ ਹੈਗਾ, ਇਹ 'ਚ ਹੈ ਨਹੀਂਗਾ, ਤਾਂ 2 ਲਵਾਂਗੇ ਰਹਿ ਗਏ ਕਿਉਂਕਿ ਸਾਂਝੇ ਤਾਂ ਗੱਲ ਹੀ ਨਹੀਂ ਹੋਈ ਆਪਣੀ। 13 ਦੋਹਾਂ 'ਚ ਹੈ, 7 ਇਹ 'ਚ ਹੈ, 7 ਵੀ ਲੈ ਲਓ। 13 ਦੋਹਾਂ 'ਚ ਦੋਨੋਂ, 13 'ਚ ਇੱਕ 13 ਲੈ ਲਓ, ਜਿਹਦੀ ਪਾਵਰ ਵੱਡੀ ਹੈ, ਪਾਵਰ ਬਰਾਬਰ ਹੈ, ਵੱਡੀ ਛੋਟੀ ਦਾ ਮਸਲਾ ਹੀ ਨਹੀਂਗਾ। ਤਾਂ ਜਦੋਂ ਤੁਸੀਂ ਗੁਣਾ ਕਰੋਗੇ 2 ਗੁਣਾ 7 ਗੁਣਾ 13, 182 ਕੀ ਆ ਜੋ ਤੁਹਾਡਾ ਆਨਸਰ ਆ ਜਾਊਗਾ। ਹੁਣ ਇੱਕ ਸੰਖਿਆ ਹੈ 336 ਦੇ 54, ਆਪਾਂ ਇਹ 'ਤੇ ਉਹੀ ਐਗਜ਼ਾਮਪਲ ਲਾ ਕੇ ਦੇਖਣਾ HCF ਦੀ ਅਤੇ LCM ਦੀ। ਪਹਿਲਾਂ 336 ਦੇ ਆਪਾਂ ਕੀ ਬਣਾਵਾਂਗੇ, ਅਭਾਜ ਗੁਣਨਖੰਡ ਬਣਾਵਾਂਗੇ। ਠੀਕ ਹੈ, ਕਿੰਨਾ ਬਣ ਜੂਗਾ, ਇਹ ਤੁਹਾਨੂੰ ਬਣਾਉਣੇ ਆਉਂਦੇ ਹੋਣਗੇ। ਤਾਂ 336 ਦੇ ਭਾਜ ਗੁਣਨਖੰਡ 2 ਕਿੰਨੇ ਵਾਰੀ ਹੈਗਾ, 3 ਵਾਰੀ ਹੈਗਾ, ਜਾਣੀ 2 ਦੀ ਪਾਵਰ 3, 2 ਦੀ ਪਾਵਰ 3 ਨਹੀਂ, 2 ਦੀ ਪਾਵਰ 4। 2 ਕਿੰਨੇ ਵਾਰੀ ਆਇਆ, 4 ਵਾਰੀ ਆਇਆ, 2 ਦੀ ਪਾਵਰ 4, 3 × 3 × 7। ਗੱਲ ਸਮਝ ਆ ਗਈ। 336 ਦੇ ਕਿਹੜੇ ਕਿਹੜੇ ਗੁਣਨਖੰਡ ਬਣ ਗਏ, 2 ਦੀ 4 ਗੁਣਾ 3 ਗੁਣਾ 7। ਸਿਮਿਲਰਲੀ ਆਪਾਂ 54 ਦੇ ਬਣਾ ਲਾਂਗੇ। 54 ਦੇ ਗੁਣਨਖੰਡ ਕਿਵੇਂ ਬਣਨਗੇ, 2 ਦੀ 1 ਗੁਣਾ 3 ਦੀ 3 ਬਣਾ ਕੇ ਦੇਖ ਲਿਓ, ਤੁਹਾਡੇ ਹਿਸਾਬ 'ਚ ਆ ਜੂਗੀ ਗੱਲ। ਇਹ 54 ਦੇ ਗੁਣਨਖੰਡ ਬਣ ਜਾਣਗੇ। ਹੁਣ ਆਪਾਂ ਪਹਿਲਾਂ ਕੱਢਣਾ HCF, ਮੰਮਾ ਸੱਸਾ ਵਾਵਾ, ਇਹ ਕੱਢਣਾ। ਹੁਣ HCF ਦੇ ਵਿੱਚ ਆਪਾਂ ਦੇਖਣਾ ਕੀ ਹੈ, ਸਾਂਝਾ ਗੁਣਨਖੰਡ ਦੇਖਣਾ। ਸਾਂਝਾ 2 ਵੀ ਹੈ, ਸਾਂਝਾ 3 ਵੀ ਹੈ। ਪਹਿਲਾਂ 2 ਵਾਲੇ ਪਾਸੇ ਆ ਜਾਓ। ਛੋਟੀ ਪਾਵਰ ਕਿਹੜੀ ਹੈ, 2 ਦੀ ਪਾਵਰ 1 ਹੈ। ਛੋਟੀ ਪਾਵਰ ਲੈਣੀ ਹੈ, ਵੱਡੀ ਨਹੀਂ ਲੈਣੀ HCF ਦੇ ਵਿੱਚ। 3 ਵੀ ਸਾਂਝਾ, ਇੱਥੇ ਪਾਵਰ 1 ਹੈ, ਜਿਹਦੇ ਉੱਤੇ ਇਹਦੇ ਉੱਤੇ ਪਾਵਰ 3 ਹੈ। ਛੋਟੀ ਪਾਵਰ ਕਿਹੜੀ ਹੈ, 3 ਹੈ, 1 ਹੈ। 2 ਦੀ ਪਾਵਰ 1 2 ਹੋ ਗਿਆ, 2 3 ਦੀ ਪਾਵਰ 1 3 ਹੋ ਗਿਆ, 2 ਤੀਏ 6 HCF ਆ ਗਿਆ। LCM ਕੱਢਣਾ ਹੈ। LCM ਕਿਵੇਂ ਕੱਢੋਗੇ, LCM ਕੱਢੋਗੇ ਬੇਟਾ ਕਿ ਆਪਾਂ ਹਰੇਕ ਗੁਣਨਖੰਡ ਲੈਣਾ ਹੈ। 2 ਦੀ 4 ਹੈ, 2 ਦੀ 1 ਹੈ, ਵੱਡੀ ਪਾਵਰ ਕਿਹੜੀ ਹੈ, 2 ਦੀ 4 ਹੈ, ਲੈ ਲਈ। 3 ਦੀ 1 ਹੈ, 3 ਦੀ 3 ਹੈ, ਵੱਡੀ ਪਾਵਰ ਕਿਹੜੀ ਹੈ, 3 ਦੀ 3 ਹੈ। ਇਹ 'ਚ 7 ਹੈਗਾ, ਇਹ ਚ ਨਹੀਂ ਹੈਗਾ, 7 ਇੱਥੇ ਲੈਣਾ ਪਊਗਾ। 2 ਦੀ 4 ਗੁਣਾ 3 ਦੀ 3 ਗੁਣਾ 7 ਦੀ 1, ਇਹਨੂੰ ਗੁਣਾ ਕਰੋਗੇ ਤੁਹਾਡਾ 3024 LCM ਆ ਜਾਊਗਾ। ਇਹ ਤੁਹਾਡੀ ਇੱਥੋਂ ਤੱਕ ਦੀ ਗੱਲ ਕਲੀਅਰ ਹੋ ਗਈ। ਪਰ ਕੁਝ ਕੁ ਰਿਜ਼ਲਟ ਨੇ ਜਿਹੜੇ ਆਪਾਂ ਨੂੰ ਪਤਾ ਹੋਣੇ ਚਾਹੀਦੇ ਨੇ। ਪਹਿਲੀ ਗੱਲ, HCF ਆਫ ਪ੍ਰਾਈਮ ਨੰਬਰਸ। ਇਹ ਨੰਬਰ ਕੰਪੋਜ਼ਿਟ ਨਹੀਂ ਹੈਗੇ, ਦੋਨੀ ਕੋ ਪ੍ਰਾਈਮ ਨੰਬਰਸ। ਕੋ ਪ੍ਰਾਈਮ ਕਿਹੜੇ ਹੁੰਦੇ ਨੇ, ਤੁਹਾਨੂੰ ਛੋਟੀਆਂ ਕਲਾਸਾਂ ਦੱਸੇ ਨੇ, ਜਿਨ੍ਹਾਂ ਦਾ ਸਾਂਝਾ ਗੁਣਨਖੰਡ ਕੋਈ ਨਾ ਹੋਵੇ, ਆਪਸ ਵਿੱਚ ਕੁਝ ਵੀ ਸਾਂਝ ਨਾ ਹੋਵੇ। ਮੰਨ ਲਓ ਇੱਕ ਸੰਖਿਆ ਲੈ ਲਈ ਮੈਂ 9, ਇੱਕ ਲੈ ਲਈ ਮੈਂ 16, ਹਾਲਾਂਕਿ ਦੋਨੇ ਕੰਪੋਜ਼ਿਟ ਨੇ, ਆਹ 3 ਗੁਣਾ 3, ਆਹ 4 ਗੁਣਾ 4, ਪਰ ਸਾਂਝਾ ਗੁਣਨਖੰਡ ਤਾਂ ਕੋਈ ਨਹੀਂ ਹੈਗਾ ਇਹਦੇ ਵਿੱਚ। ਇਹ ਫਿਰ 9 ਅਤੇ 16 ਕੀ ਨੇ, ਕੋ ਪ੍ਰਾਈਮ ਨੇ। ਆਪਸ ਆਪਣੇ ਆਪ 'ਚ ਪ੍ਰਾਈਮ ਨਹੀਂ ਹੈਗੀਆਂ, ਪਰ ਆਪਸ 'ਚ ਕੀ ਨੇ, ਕੋ ਪ੍ਰਾਈਮ ਹਮੇਸ਼ਾ ਜੋੜਾ ਹੁੰਦਾ ਹੈ। ਇਹ ਕੋ ਪ੍ਰਾਈਮ ਨੇ। ਜਿਹੜੇ ਕੋ ਪ੍ਰਾਈਮ ਦਾ ਜੇ ਆਪਾਂ HCF ਲਵਾਂਗੇ ਉਹ ਹਮੇਸ਼ਾ 1 ਆਊਗਾ। ਕੀ ਆਊਗਾ, 1। ਅਤੇ ਜੇ ਆਪਾਂ ਕੋ ਪ੍ਰਾਈਮ ਦਾ LCM ਲੈ ਲਈਏ, ਕੋ ਪ੍ਰਾਈਮ ਦਾ LCM, ਉਹ ਕੀ ਆਊਗਾ, ਉਹ ਦੋਨਾਂ ਸੰਖਿਆਵਾਂ ਦੀ ਗੁਣਾ ਆਊਗਾ। ਮੰਨ ਲਓ ਇੱਕ ਸੰਖਿਆ A ਹੈ, ਦੂਜੀ ਸੰਖਿਆ B ਹੈ, A ਅਤੇ B ਦੀ ਗੁਣਾ ਆਊ। ਜਿਵੇਂ 9 ਅਤੇ 16 ਕੋ ਪ੍ਰਾਈਮ ਸੀ, ਜੇ ਇਹਦਾ ਆਪਾਂ LCM ਲੈਣਾ ਤਾਂ 9 ਗੁਣਾ 16 ਕੱਢ ਲਓ ਬਸ। ਕੋ ਪ੍ਰਾਈਮ ਦਾ HCF 1 ਰਹੂਗਾ, ਕੁਛ ਵੀ ਸਾਂਝਾ ਗੁਣਨਖੰਡ ਨਹੀਂ ਹੋਊਗਾ। ਕੋ ਪ੍ਰਾਈਮ ਦਾ LCM ਦੋਹਾਂ ਦੀ ਗੁਣਾ ਹੋਊਗਾ। ਤੀਜੀ ਗੱਲ, ਜੇ ਕਿਸੇ ਸੰਖਿਆ, ਕੋਈ ਸੰਖਿਆ A ਹੈ ਅਤੇ ਇੱਕ B ਹੈ, ਇਹਦਾ ਆਪਾਂ HCF ਵੀ ਕੱਢ ਲਿਆ, ਇਹਦਾ ਆਪਾਂ LCM ਵੀ ਕੱਢ ਲਿਆ। ਜੇ ਆਪਾਂ HCF ਅਤੇ LCM ਦੀ ਗੁਣਾ ਕਰ ਦਈਏ, HCF ਅਤੇ LCM ਦੀ ਕੀ ਕਰ ਦਈਏ, ਗੁਣਾ ਕਰ ਦਈਏ। ਇੱਧਰੋਂ ਜਿਹੜੀਆਂ ਸੰਖਿਆਵਾਂ ਜਿਹਦਾ ਆਪਾਂ HCF ਅਤੇ LCM ਕੱਢਿਆ ਸੀ ਉਹਨਾਂ ਦੀ ਗੁਣਾ ਕਰ ਦਈਏ, ਇਹ ਦੋਨੇ ਗੱਲਾਂ ਆਪਸ ਦੇ ਵਿੱਚ ਕੀ ਹੋਣਗੀਆਂ, ਬਰਾਬਰ ਹੋਣਗੀਆਂ। A ਅਤੇ B ਦੀ ਗੁਣਾ, ਉਹਨਾਂ ਦੋਨਾਂ ਸੰਖਿਆਵਾਂ ਦੇ HCF ਅਤੇ LCM ਦੀ ਗੁਣਾ ਆਪਸ 'ਚ ਕੀ ਹੋਊਗੀ, ਬਰਾਬਰ ਹੋਊਗੀ। ਇਹਦੇ ਨਾਲ ਦੀ ਐਗਜ਼ਾਮਪਲ ਆਪਾਂ ਹੁਣ ਕਰਨੀ ਹੈ ਇੱਕ। ਫਾਈਂਡ ਦੀ HCF 96 ਐਂਡ 404। ਮੰਮਾ ਸੱਸਾ ਵਾਵਾ ਪਤਾ ਕਰੋ ਕਿਹਦਾ 96 ਅਤੇ 404 ਦਾ ਬਾਏ ਪ੍ਰਾਈਮ ਫੈਕਟਰਾਈਜੇਸ਼ਨ, ਅਭਾਜ ਗੁਣਨਖੰਡੀਕਰਨ ਕਰਕੇ ਇਹਦਾ ਮੰਮਾ ਸੱਸਾ ਵਾਵਾ ਪਤਾ ਆਪਾਂ ਕਰਨਾ ਹੈ। ਮੰਮਾ ਸੱਸਾ ਵਾਵਾ ਪਤਾ ਕਰਨ ਤੋਂ ਬਾਅਦ ਹੈਂਸ ਫਾਈਂਡ ਦੇਅਰ LCM, ਫਿਰ LCM ਪਤਾ ਕਰੋ। LCM ਪ੍ਰਾਈਮ ਫੈਕਟਰਾਈਜੇਸ਼ਨ ਨਾਲ ਨਹੀਂ ਪਤਾ ਕਰਨਾ, ਜਿਹੜਾ ਆਪਾਂ ਮੰਮਾ ਸੱਸਾ ਵਾਵਾ ਕੱਢਿਆ ਉਹਦੀ ਹੈਲਪ ਨਾਲ ਕੱਢਣਾ, ਉਹਦੇ
ਬੇਸ ਤੇ ਕੱਢਣਾ ਆਪਾਂ। ਪਹਿਲਾਂ ਕੀ ਕਰਾਂਗੇ ਆਪਾਂ 96 ਦੇ ਗੁਣਨਖੰਡ ਬਣਾ ਲਾਂਗੇ। 96 ਦੇ ਗੁਣਨਖੰਡ ਤੁਸੀਂ ਬਣਾ ਲਓਗੇ ਸਾਈਡ ਤੇ ਇੱਥੇ ਬਣਾ ਕੇ ਦੇਖਿਓ, ਮੈਂ ਬਣਾ ਕੇ ਦਿਖਾਉਣਾ। ਇਹ ਤੁਹਾਨੂੰ ਆਉਣੇ ਚਾਹੀਦੇ 2 5 ਟਾਈਮਸ ਹੈ, 5 ਵਾਰੀ ਹੈ ਇੰਟੂ 3। ਫਿਰ 404 ਇਹਦਾ ਆਪਾਂ ਪ੍ਰਾਈਮ ਫੈਕਟਰੀਏਸ਼ਨ ਕਰਾਂਗੇ 2 ਰੇਜ਼ ਟੂ ਪਾਵਰ 2 ਇੰਟੂ 3 ਰੇਜ਼ ਟੂ ਪਾਵਰ ਇੰਟੂ 101। 101 ਦਾ ਅੱਗੇ ਕੋਈ ਫੈਕਟਰ ਨਹੀਂ ਬਣ ਰਿਹਾ ਕਿਉਂਕਿ 101 ਦਾ ਆਪਣੇ ਆਪ 'ਚ ਪ੍ਰਾਈਮ ਨੰਬਰ 101 ਨੂੰ ਵੰਡਿਆ ਨਹੀਂ ਜਾ ਸਕਦਾ ਕਿਸੇ ਵੀ ਚੀਜ਼ 'ਤੇ। ਹੁਣ ਆਪਾਂ ਪਹਿਲਾਂ ਕੀ ਕੱਢਣਾ HCF ਕੱਢਣਾ। HCF ਕੀ ਹੁੰਦਾ ਸਾਂਝਾ ਗੁਣਨਖੰਡ। ਸਾਂਝਾ ਗੁਣਨਖੰਡ ਕਿਹੜਾ 2 ਹੈ, ਛੋਟੀ ਪਾਵਰ ਕਿੰਨੀ ਹੈ 2 ਹੈ, ਇੱਕ ਪਾਸੇ 2 ਇੱਕ ਪਾਸੇ 5 ਹੈ, ਛੋਟੀ ਪਾਵਰ ਕਿਹੜੀ ਹੈ 2 ਹੈ। 2 ਦੀ ਪਾਵਰ 2 ਕੀ ਹੋ ਗਿਆ 4 ਕੀ ਆ ਗਿਆ ਤੁਹਾਡਾ HCF ਆ ਗਿਆ। ਹੁਣ LCM ਕਿਵੇਂ ਕੱਢਾਂਗੇ? LCM ਆਪਾਂ ਕੱਢਾਂਗੇ ਕਿ HCF ਦੀ ਗੁਣਾ ਜੇ ਆਪਾਂ LCM ਨਾਲ ਕਰ ਦਿੰਦੇ ਹਾਂ, ਇੱਧਰੋਂ ਦੋਹੇ ਸੰਖਿਆਵਾਂ ਜਿਹੜੀਆਂ ਦੋਨੇ ਸੰਖਿਆਵਾਂ ਕਿਹੜੀਆਂ 96 ਤੇ 404 ਦੀ ਗੁਣਾ ਕਰ ਦਿੰਦੇ ਹਾਂ ਤਾਂ ਇੱਕੋ ਹੀ ਗੱਲ ਹੈ। HCF ਆਪਣਾ ਕਿੰਨਾ ਆ ਗਿਆ 4 ਆ ਗਿਆ। LCM ਆਪਾਂ ਨੂੰ ਪਤਾ ਨਹੀਂ ਗਾ, ਇਹ ਕਿਹਦੇ ਬਰਾਬਰ ਹੋਊਗਾ 96 ਗੁਣਾ 404। ਆ 4 ਇੱਧਰ ਜਾ ਕੇ ਵੰਡਿਆ ਗਿਆ। LCM ਕਿੰਨਾ ਆ ਗਿਆ 96 ਗੁਣਾ 404 ਬਟਾ 4। ਇਹਨੂੰ ਆਪਾਂ ਡਿਵਾਈਡ ਕਰ ਦਾਂਗੇ। ਡਿਵਾਈਡ ਕਰਨ ਤੋਂ ਬਾਅਦ 24 ਗੁਣਾ 404 ਇਹਨੂੰ ਆਪਾਂ ਹੱਲ ਕਰਾਂਗੇ। ਇਹ ਆ ਜੂ 9696 ਗੁਣਾ ਕਰਕੇ ਦੇਖ ਲਿਓ। ਹੁਣ LCM ਆਪਾਂ ਕਿਹੜੇ ਤਰੀਕੇ ਨਾਲ ਕਿਹੜੇ ਫਾਰਮੂਲੇ ਨਾਲ ਕੱਢਿਆ, ਕਿਹੜੇ HCF ਗੁਣਾ LCM ਇੰਟੂ ਦੋਨਾਂ ਸੰਖਿਆਵਾਂ ਦੀ ਇਜ਼ ਇਕੁਅਲ ਟੂ ਦੋਹਾਂ ਸੰਖਿਆਵਾਂ ਦੀ ਗੁਣਾ। HCF ਦੀ ਗੁਣਾ ਜੇ ਆਪਾਂ LCM ਨਾਲ ਕਰ ਦਈਏ ਉਦੋਂ ਦੋਨਾਂ ਸੰਖਿਆਵਾਂ ਨੂੰ ਆਪਸ 'ਚ ਪ੍ਰੋਡਕਟ ਲੈ ਲਈਏ, ਮਲਟੀਪਲਾਈ ਕਰ ਦਈਏ, ਦੋਨੇ ਪਾਰਟਸ ਕੀ ਸਾਈਡਸ ਕੀ ਹੋਣਗੀਆਂ ਆਪਣੀਆਂ ਇਕੁਅਲ ਹੋਣਗੀਆਂ। ਇਹਦੀ ਮਦਦ ਦੇ ਨਾਲ ਆਪਾਂ ਕੀ ਕੱਢ ਲਿਆ LCM ਕੱਢ ਲਿਆ। ਇਸ ਬੇਸ 'ਤੇ ਤੁਸੀਂ ਆਪਣੀ ਅਗਲੀ ਐਕਸਰਸਾਈਜ਼ ਸੋਲਵ ਕਰ ਸਕਦੇ ਹੋ। ਅਗਲੀ ਵੀਡੀਓ ਲੈ ਕੇ ਮੈਂ ਤੁਹਾਡੇ ਦਰਮਿਆਨ ਜਲਦ ਹਾਜ਼ਰ ਹੋਵਾਂਗਾ। ਧੰਨਵਾਦ।